नहमदुहु व नुसल्ली अला रसूलिल करीम अम्मा बाद फ़अऊज़ु बिल्लाहि मिनश शैतानिर रजीम बिस्मिल्लाहिर रहमानिर रहीम अल्लाहुम्मा सल्लि अला सय्यिदिना व मौलाना मुहम्मदिन व अला आलिहि व अस्हाबि सय्यिदिना व मौलाना मुहम्मदिन व बारिक वसल्लम। अस्सलातु वस्सलामु अलैका या सय्यदी या रसूलल्लाह व अला आलिका व अस्हाबिका या हबीबल्लाह। रब्बि यस्सिर व ला तुअस्सिर व तम्मिम बिल खैर रब्बि ज़िदनी इल्मा। दूसरा पारा सूरा बकरा दा 21वां रकू। इहदे विच इस रकू दे अंदर अल्लाह पाक ने लोकां दी जिहड़ी अक्सरीयत राहों कुराह होई हुई है ਉਹਦਾ ਬਿਆਨ ਕੀਤਾ ਹੈ। ਕਿਹਾ ਗਿਆ ਹੈ ਕਿ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਬਈ ਤੁਸੀਂ ਅੱਲਾਹ ਦੇ ਜਿਹੜੇ ਨਾਜ਼ਲ ਕੀਤੇ ਗਏ ਹੁਕਮ ਨੇ ਉਹਨਾਂ ਦੇ ਪਿੱਛੇ ਲੱਗੋ, ਤੇ ਉਹ ਆਖਦੇ ਨੇ ਅਸੀਂ ਤਾਂ ਆਪਣੇ ਪਿਓ ਦਾਦੇ ਦੇ ਰਸਮ ਰਿਵਾਜ ਦੇ ਪਿੱਛੇ ਲੱਗਾਂਗੇ। ਇਹ ਆਵਾਮ ਦਾ ਹਾਲ ਹੈ। ਤੇ ਉਲਮਾ ਦਾ ਮਾਮਲਾ ਇਹ ਵੇ ਉਹ ਅਕਸਰ ਹੱਕ ਨੂੰ ਛੁਪਾਉਂਦੇ ਨੇ, ਉਹਦੇ 'ਚ ਤਬਦੀਲੀ ਕਰਦੇ ਨੇ ਤੇ ਲੋਕਾਂ ਦੀ ਪਸੰਦ ਦੇ ਮੁਤਾਬਕ ਫਤਵੇ ਦਿੰਦੇ ਨੇ ਤੇ ਉਹਨਾਂ ਦਾ ਮੁੱਲ ਵਸੂਲ ਕਰਦੇ ਨੇ ਤੇ ਉਹਦੀ ਕੀਮਤ ਲੈਂਦੇ ਨੇ। ਜੇ ਲੋਕ ਇਹ ਕੀਮਤ ਲੈ ਕੇ ਆਪਦੇ ਢਿੱਡਾਂ 'ਚ ਅੱਗ ਭਰਦੇ ਨੇ ਪਏ। ਅਫਸੋਸ ਇਹ ਕਿੰਨੇ ਬੇਵਕੂਫ ਲੋਕ ਨੇ, ਬੇਡਰ ਲੋਕ ਨੇ ਜਿਹੜੇ ਅੱਲਾਹ ਦੇ ਅਜ਼ਾਬ ਕੋਲੋਂ ਨਹੀਂ ਡਰਦੇ ਪਏ ਤੇ ਜਾਣਦਿਆਂ ਬੁੱਝਦਿਆਂ ਹੋਇਆਂ ਜੰਨਤ ਦਾ ਸੌਦਾ ਕਰ ਲੈਂਦੇ। 22ਵੇਂ ਰਕੂ 'ਚ ਦੱਸਿਆ ਗਿਆ ਹੈ ਨੇਕ ਇਨਸਾਨ ਉਹ ਹੈ ਜਿੰਦੀ ਨੇਕੀ ਨਰੋਲ ਅੱਲਾਹ ਦੀ ਰਜ਼ਾ ਤੇ ਆਖਰਤ ਦੇ ਅਜਰ ਸਵਾਬ ਲਈ ਹੋਵੇ। ਉਹ ਇਨਸਾਨ ਨਾ ਦਾ ਬੇਲੀ ਹੁੰਦਾ ਹੈ ਔਰ ਆਪਦਾ ਮਾਲ ਜਿਹੜਾ ਹੈ ਮੁਸਤਕ ਲੋਕਾਂ ਦੀ ਮਦਦ ਲਈ ਖਰਚ ਕਰਦਾ ਹੈ ਤੇ ਇਬਾਦਤ ਗੁਜ਼ਾਰ ਹੁੰਦਾ ਹੈ। ਮਤਲਬ ਹੈ ਕਿ ਨਮਾਜ਼ ਕਾਇਮ ਕਰਦਾ ਹੈ, ਜ਼ਕਾਤ ਦਿੰਦਾ ਹੈ ਤੇ ਜਿਹੜੇ ਉਹਦੇ ਮਾਮਲਾਤ ਨੇ ਉਹਨਾਂ 'ਚ ਖਰਾ ਹੁੰਦਾ ਹੈ, ਸੱਚ ਬੋਲਦਾ ਹੈ, ਆਪਦੇ ਵਾਅਦੇ ਪੂਰੇ ਕਰਦਾ ਹੈ, ਹੱਕ ਤੇ ਬਾਤਲ ਜਦੋਂ ਲੜਾਈ ਹੋਵੇ ਤਾਂ ਉਹਦੇ 'ਚ ਹਿੱਸਾ ਲੈਂਦਾ ਹੈ। ਉਸ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਉੱਤੇ ਸਬਰ ਕਰਦਾ ਹੈ, ਬਾਤਲ ਦੇ ਖਿਲਾਫ ਡਟ ਕੇ ਹੱਕ ਦਾ ਸਾਥ ਦਿੰਦਾ ਹੈ। 23ਵੇਂ ਰਕੂ 'ਚ ਰਮਜ਼ਾਨ ਸ਼ਰੀਫ ਦੇ ਬਾਰੇ 'ਚ ਦੱਸਿਆ ਗਿਆ ਹੈ ਕਿ ਕੁਰਾਨ ਤੇ ਰੋਜ਼ੇ ਦੇ ਬਾਰੇ 'ਚ ਹਦਾਇਤ ਦੇਦਿਆਂ ਆਖਿਆ ਗਿਆ ਹੈ ਕਿ ਰਮਜ਼ਾਨ ਮੁਬਾਰਕ ਵਿੱਚ ਕੁਰਾਨ ਪਾਕ ਨਾਜ਼ਲ ਹੋਇਆ ਜਿਸਦੀ ਵਜ੍ਹਾ ਨਾਲ ਇਹਦੀ ਫਜ਼ੀਲਤ ਦੱਸੀ ਗਈ ਹੈ ਤੇ ਕੁਰਾਨ ਨੂੰ ਸਾਰੇ ਇਨਸਾਨਾਂ ਲਈ ਇੰਤਹਾਈ ਖੁੱਲ੍ਹੇ ਤੌਰ 'ਤੇ ਹਦਾਇਤ ਕਰਾਰ ਦਿੱਤਾ ਗਿਆ ਹੈ। ਆਗਾਹ ਕੀਤਾ ਗਿਆ ਹੈ ਕਿ ਰੋਜ਼ੇ ਦੋ ਨੇ। ਇੱਕ ਰੋਜ਼ਾ ਤਾਂ ਜਿਹੜਾ ਹੈ ਉਹ ਫਰਜ਼ ਇਬਾਦਤ ਹੈ ਜਿਹੜਾ ਰਮਜ਼ਾਨ ਸ਼ਰੀਫ 'ਚ ਰੱਖਿਆ ਜਾਂਦਾ ਹੈ ਤੇ ਦੂਜਾ ਰੋਜ਼ਾ ਸਾਰੀ ਜ਼ਿੰਦਗੀ ਦਾ ਹੈ। ਉਹ ਇਹ ਕਿ ਹਰਾਮ ਕਮਾਈ ਨਾ ਖਾਧੀ ਜਾਏ, ਉਹਦੇ ਤੋਂ ਬਚਿਆ ਜਾਏ ਤੇ ਦੂਜਾ ਇਹ ਵੇ ਕਿ ਦੂਜਿਆਂ ਦਾ ਮਾਲ ਨਾ ਹੱਕ ਤਰੀਕੇ ਨਾਲ ਨਾ ਖਾਧਾ ਜਾਏ। 24ਵੇਂ ਰਕੂ 'ਚ ਇਹ ਦੱਸਿਆ ਗਿਆ ਹੈ ਵੀ ਮੁਸਲਮਾਨਾਂ ਨੂੰ ਮੱਕੇ ਦੇ ਮੁਸ਼ਰਿਕਾਂ ਦੇ ਖਿਲਾਫ ਜੰਗ ਕਰਨੀ ਚਾਹੀਦੀ ਹੈ। ਮੱਕਾ ਦਾ ਜਿਹੜਾ ਜ਼ਮਾਨਾ ਹੈ ਉਹਦੇ ਵਿੱਚ ਇਹਦੀ ਇਜਾਜ਼ਤ ਨਹੀਂ ਸੀ। ਫਰਮਾਇਆ ਗਿਆ ਕਿ ਮੁਸ਼ਰਿਕ ਲੋਕਾਂ ਨਾਲ ਜਿੰਨਾ ਚਿਰ ਦੀਨ ਗਾਲਬ ਨਹੀਂ ਆ ਜਾਂਦਾ ਉਹਨਾਂ ਚਿਰ ਉਹਨਾਂ ਨਾਲ ਜੰਗ ਕਰਦੇ ਰਹੋ। ਹਾਂ, ਹਰ ਕਿਸਮ ਦੀ ਜ਼ਿਆਦਤੀ ਤੋਂ ਮਨਾ ਕੀਤਾ ਗਿਆ। ਜੇ ਲੋਕਾਂ ਨੂੰ ਮਾਫ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਹੜਾ ਜ਼ੁਲਮ ਤੇ ਸ਼ਿਰਕ ਤੋਂ ਬਾਜ਼ ਆ ਜਾਣ। ਇਹ ਵੀ ਹੁਕਮ ਦਿੱਤਾ ਗਿਆ ਹੈ ਵੀ ਜੰਗ ਲਈ ਮਾਲ ਖਰਚ ਕਰੋ ਤੇ ਆਪਣੇ ਆਪ ਨੂੰ ਹਲਾਕਤ ਵਿੱਚ ਨਾ ਪਾਓ। ਜੇ ਤੁਸੀਂ ਜੰਗ ਨਹੀਂ ਕਰੋਗੇ ਤੇ ਦੁਸ਼ਮਣ ਤੁਹਾਡੇ ਤੇ ਗਾਲਬ ਆ ਜਾਏਗਾ ਤੇ ਤੁਹਾਨੂੰ ਹਲਾਕ ਕਰ ਦੇਗਾ। 5ਵੇਂ ਰਕੂ 'ਚ ਹੱਜ ਦੇ ਜਿਹੜੇ ਮਨਾਸਕ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ। ਹੱਜ ਦੇ ਮੌਕੇ ਤੇ ਦੁਆਵਾਂ ਲਈ ਖੁੱਲ੍ਹਾ ਵਕਤ ਦਿੱਤਾ ਗਿਆ। ਕੁਝ ਬਦਨਸੀਬ ਉਹ ਨੇ ਜਿਹੜੇ ਅੱਲਾਹ ਕੋਲੋਂ ਸਿਰਫ ਦੁਨੀਆ ਮੰਗਦੇ ਨੇ ਤੇ ਇਸ ਲਈ ਉਹਨਾਂ ਦੀ ਆਖਰਤ ਵਿੱਚ ਕੋਈ ਹਿੱਸਾ ਨਹੀਂ। ਕੁਝ ਬਦਨਸੀਬ ਉੱਥੇ ਸਿਰਫ ਅੱਲਾਹ ਕੋਲੋਂ ਦੁਨੀਆ ਮੰਗਦੇ ਨੇ, ਉਹਨਾਂ ਦੀ ਆਖਰਤ ਵਿੱਚ ਕੋਈ ਹਿੱਸਾ ਨਹੀਂ।
हाँ अलबत्ता ਜਿਹੜੇ ਲੋਕ ਅੱਲਾ ਕੋਲੋਂ ਦੁਨੀਆ ਆਖਰਤ ਦੋਵਾਂ ਦੀ ਭਲਾਈ ਮੰਗਦੇ ਨੇ ਉਹਨਾਂ ਦੀ ਆਖਰਤ ਵਿੱਚ ਉਹਨਾਂ ਦੀਆਂ ਨੇਕੀਆਂ ਦਾ ਪੂਰਾ ਪੂਰਾ ਅਜਰ ਦਿੱਤਾ ਜਾਏਗਾ। ਰਕੂ ਦੇ ਆਖਰ ਵਿੱਚ ਹੁਕਮ ਦਿੱਤਾ ਗਿਆ ਹੈ ਕਿ ਪੂਰੇ ਦੇ ਪੂਰੇ ਇਸਲਾਮ ਤੇ ਅਮਲ ਕਰੋ। ਇਵੇਂ ਨਾ ਹੋਵੇ ਬਈ ਕੁਝ ਗੱਲਾਂ ਨੂੰ ਤਾਂ ਮੰਨ ਲਓ ਤੇ ਕੁਝ ਰਸਮ ਰਿਵਾਜ ਆਪਣੇ ਕਰਦੇ ਰਹੋ, ਕੁਝ ਆਪਦੇ ਨਫਸ ਦੇ ਮੁਤਾਬਕ ਚੱਲੋ। ਇਹ ਜਿਹੜੀ ਗੈਰ ਖਾਲਸ ਤਾਬੇਦਾਰੀ ਇਤਾਅਤ ਹੈ, ਇਹ ਸ਼ੈਤਾਨ ਦੇ ਪਿੱਛੇ ਚੱਲਣ ਦੇ ਮੁਤਰਾਦਫ ਹੈ। ਅੱਲਾ ਇਹਨੂੰ ਕਦੇ ਵੀ ਕਬੂਲ ਨਹੀਂ ਕਰੇਗਾ। 26ਵੇਂ ਰਕੂ 'ਚ ਦੱਸਿਆ ਹੈ ਜੰਨਤ ਦਾ ਹਾਸਲ ਕਰਨਾ ਆਸਾਨ ਨਹੀਂ। ਜੰਨਤ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ ਸਖਤ ਕਿਸਮ ਦੀ ਅਜ਼ਮਾਇਸ਼ਾਂ ਦੇ ਵਿੱਚ ਹੱਕ ਤੇ ਡਟੇ ਰਹਿਣਗੇ, ਮਾਲ ਜਾਨ ਦੀਆਂ ਬਾਜ਼ੀਆਂ ਲਗਾਉਣਗੇ। ਤੇ ਦੱਸਿਆ ਗਿਆ ਹੈ, ਅਰਸ਼ਾਦ ਕੀਤਾ ਗਿਆ ਹੈ ਮੁਸਲਮਾਨੋਂ ਤੁਹਾਡੇ ਤੇ ਜੰਗ ਕਰਨਾ ਫਰਜ਼ ਕਰ ਦਿੱਤਾ ਗਿਆ ਹੈ। ਭਾਵੇਂ ਤੁਸੀਂ ਇਹ ਹੁਕਮ ਕਿੰਨਾ ਹੀ ਤੁਹਾਨੂੰ ਚੰਗਾ ਨਾ ਲੱਗੇ, ਲੇਕਿਨ ਤੁਹਾਡੇ ਤੇ ਜੰਗ ਕਰਨਾ ਫਰਜ਼ ਹੈ। ਹੋ ਸਕਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਨਾਪਸੰਦ ਕਰਦੇ ਹੋ ਤੇ ਉਹਦੇ ਵਿੱਚ ਤੁਹਾਡੇ ਲਈ ਖੈਰ ਹੋਵੇ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋ ਤੇ ਉਹਦੇ ਵਿੱਚ ਤੁਹਾਡੇ ਲਈ ਸ਼ਰ ਹੋਵੇ, ਬੁਰਾਈ ਹੋਵੇ। ਅੱਲਾ ਜਾਣਦਾ ਹੈ, ਤੁਸੀਂ ਨਹੀਂ ਜਾਣਦੇ। 27ਵੇਂ ਰਕੂ 'ਚ ਦੱਸਿਆ ਗਿਆ ਹੈ ਕਿ ਜਿਹੜੇ ਮੁਕੱਦਸ ਮਹੀਨੇ ਨੇ, ਮੁਹਤਰਮ ਮਹੀਨੇ ਨੇ, ਉਹਦੇ ਵਿੱਚ ਜੰਗ, ਸ਼ਰਾਬ, ਜੂਏ ਹਰਾਮ ਹੈ। ਯਤੀਮਾਂ ਦੇ ਹੱਕ ਦੇ ਬਾਰੇ 'ਚ ਹੁਕਮ ਦਿੱਤਾ ਗਿਆ ਹੈ। ਹੁਰਮਤ ਵਾਲਿਆਂ ਮਹੀਨਿਆਂ ਵਿੱਚ ਜੰਗ ਦੇ ਹਵਾਲੇ ਨਾਲ ਇਰਸ਼ਾਦ ਹੋਇਆ ਹੈ ਬਿਲਾ ਸ਼ੱਕ ਇਹਨਾਂ ਮਹੀਨਿਆਂ 'ਚ ਜੰਗ ਕਰਨਾ ਮਨਾ ਹੈ। ਹਾਂ ਅਲਬੱਤਾ ਜਿਹੜੇ ਲੋਕ ਕੁਫਰ ਕਰ ਰਹੇ ਨੇ, ਅੱਲਾ ਦੀ ਰਾਹ ਤੋਂ ਡੱਕ ਰਹੇ ਨੇ, ਸ਼ਿਰਕ ਕਰ ਰਹੇ ਨੇ, ਉਹਨਾਂ ਦੇ ਜੁਰਮ ਇਸ ਤੋਂ ਵੀ ਵੱਧ ਕੇ ਨੇ। ਵਾਅਦਾ ਕੀਤਾ ਗਿਆ ਹੈ ਕਿ ਜੰਨਤ ਦੇ ਸਹੀ ਉਮੀਦਵਾਰ ਉਹ ਲੋਕ ਨੇ ਜਿਹੜੇ ਈਮਾਨ ਲਿਆਏ, ਅੱਲਾ ਦੀ ਰਾਹ ਵਿੱਚ ਹਿਜਰਤ ਕੀਤੀ, ਫਿਰ ਮਾਲ ਜਾਨ ਅੱਲਾ ਦੀ ਰਾਹ ਜਿਹਾਦ ਕੀਤਾ। ਮਾਲ ਜਾਨ ਨਾਲ ਅੱਲਾ ਦੀ ਰਾਹ 'ਚ ਮਾਲ ਲਾਉਣ ਨੂੰ ਆਲਾ ਦਰਜਾ ਹੈ। ਅੱਲਾ ਦੇ ਰਸਤੇ 'ਚ ਮਾਲ ਖਰਚ ਕਰਨਾ ਆਲਾ ਦਰਜਾ ਹੈ। ਇਨਸਾਨ ਜ਼ਰੂਰਤ ਤੋਂ ਜਿੰਨੀਆਂ ਉਹਦੀਆਂ ਚੀਜ਼ਾਂ ਨੇ ਹਰ ਸ਼ੈ ਨੂੰ ਅੱਲਾ ਦੇ ਰਸਤੇ 'ਚ ਕੁਰਬਾਨ ਕਰ ਦੇ। ਤੇ 28ਵਾਂ ਜਿਹੜਾ ਰਕੂ ਹੈ ਉਹਦੇ 'ਚ ਔਰਤਾਂ ਦੇ ਬਾਰੇ 'ਚ ਹੁਕਮ ਨੇ, ਹੈਜ਼ ਦੇ ਬਾਰੇ 'ਚ, ਕਸਮ ਖਾਨ ਦੇ ਬਾਰੇ 'ਚ, ਤਲਾਕ ਯਾਫਤਾ ਜਿਹੜੀਆਂ ਖਵਾਤੀਨ ਨੇ ਉਹਨਾਂ ਦੀ ਇੱਜ਼ਤ ਦੇ ਬਾਰੇ 'ਚ ਹੁਕਮ ਦਿੱਤੇ ਗਏ ਨੇ। 29ਵੇਂ ਰਕੂ 'ਚ ਤਲਾਕ ਦੀਆਂ ਕਿਸਮਾਂ ਦੱਸੀਆਂ ਗਈਆਂ ਨੇ। ਜੇ ਮਾਮਲਾ 2 ਤਲਾਕਾਂ ਤੱਕ ਹੋਵੇ ਤੇ ਇਹਨੂੰ ਤਲਾਕੇ ਰਜਈ ਕਹਿੰਦੇ ਨੇ, ਕਿ ਯਾਨੀ ਤੁਸੀਂ ਰਜੂ ਕਰ ਸਕਦੇ ਹੋ, ਦੁਬਾਰਾ ਉਸੇ ਸ਼ੌਹਰ ਨਾਲ ਨਿਕਾਹ ਕਰ ਸਕਦੇ ਹੋ। ਤੇ ਜੇ ਸ਼ੌਹਰ ਨੇ 3 ਤਲਾਕਾਂ ਦਿੱਤੀਆਂ ਹੋਣ ਤੇ ਇਹ ਤਲਾਕਾਂ ਉਹ ਰਜੀ ਸਨ, ਇਹ ਮੁਅੱਲਜ਼ ਕਲਾਂਦੀਆਂ ਨੇ, ਯਾਨੀ ਇਸ ਤੋਂ ਬਾਅਦ ਫਿਰ ਰਜੂ ਨਹੀਂ ਹੋ ਸਕਦਾ, ਸਿਵਾਏ ਇਸ ਦੇ ਕਿ ਉਹ ਔਰਤ ਜਿਹਨੂੰ ਤਲਾਕ ਹੋ ਗਈ ਹੈ, ਮਰਦ ਨੇ ਤਲਾਕ ਦੇ ਦਿੱਤੀ ਹੈ, ਉਹ ਕਿਸੇ ਦੂਜੇ ਮਰਦ ਨਾਲ ਨਿਕਾਹ ਕਰੇ। ਉਹ ਬੰਦਾ ਜਿਹਨੇ ਨਵੇਂ ਨਾਲ ਨਿਕਾਹ ਕੀਤਾ ਸੂ ਜਾਂ ਉਹ ਮਰ ਜਾਏ ਜਾਂ ਇਤਫਾਕੀ ਤੌਰ ਤੇ ਉਹਨੇ ਵੀ ਤਲਾਕ ਦੇ ਦਿੱਤੀ ਹੋਵੇ, ਤੈਅ ਕਰਕੇ ਨਹੀਂ, ਇਤਫਾਕੀ ਤੌਰ ਤੇ ਉਹਨੇ ਵੀ ਤਲਾਕ ਦੇ ਦਿੱਤੀ ਹੋਵੇ, ਫਿਰ ਉਹ ਪਹਿਲੇ ਸ਼ੌਹਰ ਨਾਲ ਨਿਕਾਹ ਕਰ ਸਕਦੀ ਹੈ। 30ਵੇਂ ਰਕੂ 'ਚ ਔਰਤਾਂ ਦੇ ਮਸਾਇਲ ਦੱਸੇ ਗਏ ਨੇ। ਜਿਹੜੀ ਰਜ਼ਾਤ ਦੇ ਮਸਾਇਲ ਨੇ, ਜਿਹੜੀ ਕਿਸੇ ਦੀ ਰਜ਼ਾਈ ਮਾਂ ਬਣਦੀ ਉਹਦੇ ਮੁਤਲਕ ਮਸਾਇਲ ਨੇ ਬਿਆਨ ਕੀਤੇ ਗਏ ਨੇ। ਤੇ ਹੁਕਮ ਦੱਸੇ ਗਏ ਨੇ ਬੇਵਾ ਖਤੂਨ ਦੀ ਇੱਜ਼ਤ ਦੇ ਬਾਰੇ ਹਦਾਇਤ ਕੀਤੀ ਗਈ ਹੈ। 7ਵੇਂ ਰਕੂ 'ਚ ਤਲਾਕ ਦੇ ਹਵਾਲੇ ਨਾਲ ਹਦਾਇਤਾਂ ਅੱਲਾਹ ਪਾਕ ਨੇ ਫਰਮਾਈਆਂ ਨੇ, ਜਿਹੜੀਆਂ ਰੁਖਸਤੀ ਤੋਂ ਪਹਿਲੇ ਦਿੱਤੀਆਂ ਗਈਆਂ ਹੋਣ। ਤੇ ਨਾਲ ਹੀ ਦੱਸਿਆ ਗਿਆ ਕਿ ਨਮਾਜ਼ਾਂ ਦੀ ਹਿਫਾਜ਼ਤ ਕਰੋ, ਚੰਗੇ ਤਰੀਕੇ ਨਾਲ ਨਮਾਜ਼ ਪੜ੍ਹਿਆ ਕਰੋ, ਅੱਲਾ ਦੇ ਸਾਹਮਣੇ ਆਜਜ਼ੀ ਦੇ ਨਾਲ ਖੜੇ ਹੋ ਕੇ ਬਾਰਗਾਹ ਇਲਾਹੀਆ 'ਚ ਨਮਾਜ਼ ਅਦਾ ਕਰਿਆ ਕਰੋ। ਨਮਾਜ਼ ਦੇ ਵਿੱਚ ਇਨਸਾਨ ਅੱਲਾ ਦੇ ਸਾਹਮਣੇ ਜਾ ਕੇ ਆਪਣੀ ਬੰਦਗੀ ਨੂੰ ਤਾਜ਼ਾ ਕਰਦਾ ਹੈ। ਇਨਸਾਨ ਬਾਰ-ਬਾਰ ਇਹ ਕਹਿੰਦਾ ਹੈ ਕਿ ਹਾਂ ਅਸੀਂ ਤੇਰੀ ਇਬਾਦਤ ਕਰਨੇ ਹਾਂ, ਤੇਰੇ ਕੋਲੋਂ ਮਦਦ ਚਾਹੁੰਦੇ ਹਾਂ। ਜਿਹੜਾ ਇਨਸਾਨ ਬਾਰ-ਬਾਰ ਬੰਦਗੀ ਦਾ ਐਦ ਦੁਹਰਾਉਂਦਾ ਹੈ
ਉਹਦੇ ਕੋਲੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਦੇ ਸਾਰੇ ਮਾਮਲਾਤ, ਭਾਵੇਂ ਉਹ ਮਾਸ਼ੀ ਹੋਣ, ਭਾਵੇਂ ਉਹ ਘਰੇਲੂ ਮਾਮਲਾਤ ਦੇ ਬਾਰੇ 'ਚ ਹੋਣ, ਅੱਜ ਦੀ ਜ਼ਿੰਦਗੀ ਦੇ ਬਾਰੇ 'ਚ ਹੋਣ, ਅੱਲਾ ਦਾ ਕਹਿਣਾ ਮੰਨੇਗਾ ਤੇ ਉਹ ਕਿਸੇ ਕਿਸਮ ਦੀ ਜ਼ਿਆਦਤੀ ਤੇ ਤਕਵੇ ਦੇ ਖਿਲਾਫ ਕੰਮ ਨਹੀਂ ਕਰੇਗਾ। 32ਵੇਂ ਰਕੂ 'ਚ ਅੱਲਾਹ ਪਾਕ ਨੇ फरमाया कि ईमान वाले अल्लाह दी राह विच जंग करन ते माल खर्च करन दा अहले ईमान वाले नूं हुक्म दिता गया है। उन्होंने खुशखबरी दी गई है, जिहड़ा माल अल्लाह दी राह विच खर्च किया जाएगा वो अल्लाह दे जिम्मे इस तरह ही है जिवें कर्जे हसना दिता होवे ते दिहाड़े क़यामत दे उस कर्ज दे बदले च बहुत वड्डा अजर अता फरमाया जाएगा। अगे दस्या गया कि बनी इसराइल दे बुज़दिल लोगों की मिसाल इबरत के तौर पर पेश की गई है। बनी इसराइल नूं अल्लाह ने फलस्तीन उत्ते फतह दी सी, हौली हौली वो दुनियादारी च पै गए और नतीजा यह निकलिया भी उत्थे एक मुशरक कौम उन्हां उत्ते गालिब आ गई। वो मुशरक कौम को डर के आपदे शहर चो निकल गए। अल्लाह ने उन्हां उत्ते मौत तारी कर दी। फिर उन्होंने दोबारा जिंदा किया। उन्होंने फिर एहसास होया कि असी तो एवें अपना शहर छड़ के आए सां, मौत के डर तो वो तो इत्थे भी आ गई है। उन्होंने विच अल्लाह की राह विच जंग करने का जज्बा पैदा होता है। उन्होंने उस वेले उस वक्त के नबी हजरत शमूएल अलैहिस्सलाम की बादशाह नूं मुकर्रर करने की दरखास्त की। हजरत शमूएल नूं बादशाह मुकर्रर करने की दरखास्त की ते नबी अलैहिस्सलाम ने अल्लाह के हुक्म नाल हजरत तालूत नूं बादशाह मुकर्रर कर दिता। बनी इसराइल ने इतराज किया भी ये बादशाह किस तरह हो सकता है, ये तो माली लिहाज नाल साडे तो भी गरीब गुरबा है, ये तो कंगला है। नबी अलैहिस्सलाम ने जवाब दिता, अल्लाह की निगाह विच माल दी नहीं सगों इलम की अहमियत है। अल्लाह ने उन्होंने इलम दिता है कि वो जिस्मानी तौर पर भी ताकतवर ने, जेड़े दोवें चीज़ां इलम ते ताकत जंग लई जरूरी है। जिहड़ा है वो तीजे पारे शुरू होंदा है। ਉਹਦੇ 'ਚ ਦੱਸਿਆ ਗਿਆ है कि हजरत तालूत जिन्होंने हजरत सैमुअल अलैहिस्सलाम ने बादशाह मुकर्रर किया सी, उन्हां दी जंग जिहड़ी जालूत दे नाल होई ਉਹਦਾ ਤਾਂ ਜ਼ਿਕਰ इस रकू च किया गया है। हजरत तालूत दा फौज जिहड़ी है तादाद ते असबाब दे लिहाज नाल माड़ी सी, पर ਉਹਨਾਂ ਨੂੰ अल्लाह उत्ते भरोसा सी। उन्होंने अल्लाह नाल सबर ते मुश्किल मजाजी नाल पक्के पैरी ते अल्लाह हो के ते अल्लाह को दुआ की कि या अल्लाह नूं सबर भी दें, पक्के पैरी भी रखी ते साडी मदद करी। अल्लाह ने उन्होंने मदद फरमाई। उन्होंने जालूत दे कई गुना वड्डे लश्कर नूं शिकस्त फाश दी। होया इंज भी ये इवें ही है कि अल्लाह दे हाँ असबाब दी नहीं, अल्लाह दी मदद जिहड़ी वो अहम ये मदद उन्हां दी है जिहड़े नियतों अखलास होन ते जिहड़े हक दी खातर डट जाने वाले हों। 4वें रकू च हुक्म दिता गया है भाई क़यामत आने तो पहलों पहला अल्लाह दी राह विच खर्च करो। वो क़यामत जिंदे विच कोई सिफारिश झूठी काम नहीं आएगी, कोई रिश्तेदारी काम नहीं आएगी ते कोई लैन देन काम नहीं आएगा। इस रकू दे अंदर बहुत प्यारी आयत मुबारक जिहड़ी आयतुल कुर्सी कहलांदी है ते जिहड़ी सारियां कुरान दियां आयतां दी सरदार है वो बयान की गई है। इस आयत विच आस दुआई गई है बई अल्लाह आपदे नेक बंदियां नूं बाज़ गुनाहगारां दे हक विच शफात करन दी इजाजत देगा। आयतुल कुर्सी तो बाद इरशाद होया अल्लाह
ਆਪਦੇ ਨੇਕ ਬੰਦਿਆਂ ਦਾ ਵਲੀ ਹੈ, ਬੇਲੀ ਹੈ, ਦੋਸਤ ਹੈ, ਤੇ ਉਹਨਾਂ ਨੂੰ ਗੁੰਮਰਾਹੀਆਂ ਦੇ ਹਨੇਰਿਆਂ ਚੋਂ ਕੱਢ ਕੇ ਹੱਕ ਦੀ ਰੋਸ਼ਨੀ ਤਰਫ ਲਿਆਉਂਦਾ। ਭੈੜੇ ਲੋਕ ਦੇ ਬੇਲੀ ਜਿਹੜੇ ਨੇ ਉਹ ਸ਼ੈਤਾਨ ਨੇ, ਜਿਹੜੇ ਉਹਨਾਂ ਨੂੰ ਹਦਾਇਤ ਦੀ ਰਾਹ ਤੋਂ ਹਟਾ ਕੇ ਗੁੰਮਰਾਹੀਆਂ ਵੱਲ ਲੈ ਜਾਂਦੇ ਨੇ। 35ਵੇਂ ਰਕੂ 'ਚ ਅੱਲਾਹ ਪਾਕ ਨੇ ਫਰਮਾਇਆ, ਬਲਕਿ ਆਪਦੀਆਂ ਕੁਦਰਤਾਂ ਦਾ ਹਜ਼ਾਰ ਦੇ 3 ਵਾक़ੇ ਬਿਆਨ ਕੀਤੇ ਨੇ। ਖਾਸ ਤੌਰ ਤੇ ਅੱਲਾਹ ਦੀ ਇਸ ਸ਼ਾਨ ਨੂੰ ਨੁਮਾਇਆਂ ਕੀਤਾ ਗਿਆ ਹੈ ਕਿ ਉਹ ਮਰਨ ਤੋਂ ਮਗਰੋਂ ਇਨਸਾਨਾਂ ਨੂੰ ਦੁਬਾਰਾ ਜ਼ਿੰਦਾ ਕਰਨ ਤੇ ਕੁਵਤ ਰੱਖਦਾ ਹੈ, ਤਾਕਤ ਰੱਖਦਾ ਹੈ, ਕੁਦਰਤ ਰੱਖਦਾ ਹੈ। ਤੇ 36ਵੇਂ ਰਕੂ 'ਚ ਹੁਕਮ ਦਿੱਤਾ ਗਿਆ ਹੈ ਵੀ ਅੱਲਾਹ ਦੀ ਰਾਹ ਵਿੱਚ ਖਲੂਸ ਦੇ ਨਾਲ ਖਰਚ ਕਰੋ, ਵਿਖਾਵਾ ਨਾ ਕਰਿਆ ਕਰੋ, ਕਿਸੇ ਨੂੰ ਸਦਕਾ ਦੇ ਕੇ ihsan ਨਾ ਜਤਲਾਇਆ ਕਰੋ, ਜਾਂ ਤਾਨਾ ਦੇਣਾ ਸਦਕਿਆਂ ਨੂੰ ਜ਼ਾਇਆ ਕਰ ਦਿੰਦਾ। ਖਲੂਸ ਦੇ ਨਾਲ ਖਰਚ ਕਰਨ ਵਾਲਿਆਂ ਨੂੰ ਅੱਲਾਹ 700 ਗੁਣਾ ਤਿੱਕਰ ਅਜਰ ਅਤਾ ਫਰਮਾਉਂਦਾ ਹੈ। ਫਿਰ ਅੱਲਾਹ ਜਿਸ ਲਈ ਚਾਹਵੇ ਅਜਰ ਨੂੰ ਵਧਾ ਵੀ ਸਕਦਾ ਹੈ। 37ਵੇਂ ਰਕੂ 'ਚ ਅੱਲਾਹ ਦੀ ਰਾਹ ਵਿੱਚ ਚੰਗਾ ਤੇ ਪਕੀਜ਼ਾ ਮਾਲ ਖਰਚ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਿਹੜਾ ਮਾਲ ਤੁਹਾਨੂੰ ਪਸੰਦ ਹੈ ਉਹੋ ਜਿਹਾ ਅੱਲਾਹ ਦੇ ਰਸਤੇ 'ਚ ਉਹ ਮਾਲ ਖਰਚ ਕਰੋ। ਮਾਲ ਦਾ ਖਰਚ ਕਰਨਾ ਦਾ ਬਿਹਤਰੀਨ ਜਿਹੜਾ ਤਰੀਕਾ ਹੈ ਉਹ ਇਹ ਕਿ ਇਹ ਜਿਹੇ ਲੋਕਾਂ ਦੀ ਮਦਦ ਕਰੋ ਜਿਹੜੇ ਦੀਨ ਦੀ ਖਿਦਮਤ ਵਿੱਚ ਇਸ ਤਰ੍ਹਾਂ ਲੱਗੇ ਹੋਏ ਨੇ ਕਿ ਉਹਨਾਂ ਕੋਲ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਜਦੋਜਹਿਦ ਦਾ ਵਕਤ ਵੀ ਕੋਈ ਨਹੀਂ ਤੇ ਉਹ ਫੁਰਸਤ ਵੀ ਕੋਈ ਨਹੀਂ। ਹੋਰ ਫਰਮਾਇਆ, ਮਾਲ ਦੌਲਤ ਨਾਲੋਂ ਜ਼ਿਆਦਾ ਵੱਧ ਕੇ ਜਿਹੜੀ ਨਿਮਤ ਹੈ ਉਹ ਹਿਕਮਤ ਹੈ, ਦਾਨਾਈ ਹੈ, ਜਿੰਦੇ ਨਾਲ ਹੱਕ ਤੇ ਬਾਤਲ ਨੂੰ ਪਛਾਣ ਦੀ ਅੰਦਰੂਨੀ ਬਾਤਨੀ ਬਸੀਰਤ ਹਾਸਲ ਹੁੰਦੀ ਹੈ। ਤੇ ਜਿਹਨੂੰ ਹਿਕਮਤ ਅਤਾ ਕਰ ਦਿੱਤੀ ਗਈ ਹੈ ਉਹਨੂੰ ਸਭ ਤੋਂ ਵੱਡੀ ਭਲਾਈ ਮਿਲ ਗਈ। 38ਵੇਂ ਰਕੂ 'ਚ ਸੂਦ ਦੇ ਬਾਰੇ ਫਰਮਾਇਆ ਗਿਆ ਹੈ, ਦੱਸਿਆ ਗਿਆ ਹੈ ਕਿ ਸੂਦੀ ਲੈਣ ਦੇਣ ਛੱਡ ਦਿਓ, ਵਰਨਾ ਤੁਹਾਡੇ ਖਿਲਾਫ ਅੱਲਾਹ ਉਹਦੇ ਰਸੂਲ ਵੱਲੋਂ ਜੰਗ ਦਾ ਐਲਾਨ ਹੈ। ਡਰੋ ਉਸ ਦਿਹਾੜੇ ਤੋਂ ਜਦੋਂ ਤੁਹਾਨੂੰ ਸਾਰਿਆਂ ਨੂੰ ਅੱਲਾਹ ਦੇ ਦਰਬਾਰ 'ਚ ਪੇਸ਼ ਕੀਤਾ ਗਿਆ ਤੇ ਹਰ ਸ਼ਖਸ ਨੂੰ ਉਹਦੇ ਅਮਲਾਂ ਦੇ ਮੁਤਾਬਕ ਬਦਲਾ ਦਿੱਤਾ ਜਾਏਗਾ। 39ਵੇਂ ਰਕੂ 'ਚ ਕਰਜ਼ ਉਧਾਰ ਲੈਣ ਦੇਣ ਤੇ ਆਪਸ ਦੇ ਜਿਹੜੇ ਮੁਆਹਦੇ ਨੇ ਰਹਿਣ ਔਰ ਗਵਾਹੀ ਦੇ ਹਵਾਲੇ ਨਾਲ ਤਫਸੀਲ ਨਾਲ ਅੱਲਾਹ ਪਾਕ ਨੇ ਬਿਆਨ ਫਰਮਾਇਆ ਹੈ। 40ਵੇਂ ਰਕੂ 'ਚ ਇਹ ਦੱਸਿਆ ਹੈ ਬਈ ਤੁਹਾਡਾ ਆਖਰਤ ਨੂੰ ਮੁਹਾਸਬਾ ਹੋਣਾ, ਤੁਹਾਡੇ ਕੋਲ ਹਿਸਾਬ ਲਿਆ ਜਾਣਾ। ਭਾਵੇਂ ਤੁਸੀਂ ਕੋਈ ਚੀਜ਼ ਜ਼ਾਹਿਰੀ ਤੌਰ ਤੇ ਕਰਦੇ ਹੋ, ਭਾਵੇਂ ਛੁਪਾ ਕੇ ਕਰਦੇ ਹੋ, ਤੁਹਾਡੇ ਕੋਲ ਹਿਸਾਬ ਲਿਆ ਜਾਏਗਾ। ਤੇ ਦੁਆ ਸਿਖਾਈ ਗਈ ਹੈ, ਐ ਅੱਲਾਹ ਸਾਡਾ ਹਿਸਾਬ ਜਿਹੜਾ ਹੈ ਉਹ ਸੌਖਾ ਕਰ ਦੇਈਂ। ਤੇ ਸੂਰਤ ਦੇ ਆਖਰ ਵਿੱਚ ਈਮਾਨ ਵਾਲਿਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦੁਆ ਦੀ ਸੂਰਤ ਦਿੱਤਾ ਗਿਆ ਹੈ। ਐ ਸਾਡੇ ਪਾਲਣ ਵਾਲੇ, ਸਾਡੀ ਪਕੜ ਨਾ ਫਰਮਾਣਾ ਉਹਦੇ ਉੱਤੇ ਜਿਹੜਾ ਅਸੀਂ ਭੁੱਲ ਕੇ ਜਾਂ ਜਾਣ ਬੁੱਝ ਕੇ ਕੋਈ ਗਲਤੀ ਕਰ ਬੈਠੇ ਹਾਂ। ਐ ਸਾਡੇ ਪਾਲਣ ਵਾਲੇ, ਸਾਡੇ ਤੇ ਉਹ ਭਾਰ ਨਾ ਪਾਣਾ ਜਿਹੜਾ ਅਸੀਂ ਪਹਿਲੇ ਆਉਣ ਵਾਲਿਆਂ ਤੇ ਤੂੰ ਪਾਇਆ ਸੀ। ਐ ਸਾਡੇ ਪਾਲਣ ਵਾਲੇ, ਸਾਡੇ ਉੱਤੇ ਉਹ ਭਾਰ ਨਾ ਪਾਣਾ ਜਿਹਨੂੰ ਅਸੀਂ ਉਠਾ ਨਾ ਸਕੀਏ। ਸਾਡੇ ਕੋਲ ਦਰਗੁਜ਼ਰ ਫਰਮਾ, ਸਾਡੀ ਬਖਸ਼ਿਸ਼ ਫਰਮਾ, ਸਾਡੇ ਤੇ ਰਹਿਮ ਫਰਮਾ। ਤੁਸੀਂ ਸਾਡੇ ਮਾਲਕ ਹੋ, ਮੌਲਾ ਹੋ, ਬਸ ਤੁਸੀਂ ਸਾਡੀ ਮਦਦ ਫਰਮਾਓ ਕਾਫਰ ਕੌਮਾਂ ਦੇ ਮੁਕਾਬਲੇ 'ਚ। ਆਮੀਨ ਸੁੰਮਾ ਆਮੀਨ।